ਚੱਲ ਰਿਹਾ ਜੀ ਯੁਵਵਾਣੀ। ਇਸ਼ਿਤਾ ਭਾਰਦਵਾਜ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹੈ ਸੈਗਮੈਂਟ ਕੈਂਪਸ ਦੇ ਵਿੱਚ। ਆਲ ਇੰਡੀਆ ਰੇਡੀਓ ਵੱਲੋਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ AIR ਨੈਕਸਟ ਦਾ ਆਯੋਜਨ ਦੁਆਬਾ ਕਾਲਜ ਦੇ ਵਿੱਚ ਕਰਵਾਇਆ ਗਿਆ। ਇੱਥੇ ਵੱਖ-ਵੱਖ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਤੁਸੀਂ ਜਦੋਂ ਸੁਣੋਗੇ ਉਦੋਂ ਇਸ ਦਾ ਆਨੰਦ ਮਾਣੋਗੇ। ਤਾਂ ਆਓ ਲੈ ਚੱਲਦੇ ਹਾਂ ਤੁਹਾਨੂੰ ਸੈਗਮੈਂਟ ਕੈਂਪਸ ਦੇ ਵੱਲ। ਇੱਥੇ ਮੌਜੂਦ ਸਾਰੇ ਅਧਿਆਪਕ ਸਾਹਿਬਾਨ ਅਤੇ ਮੇਰੇ ਪਿਆਰੇ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਮੇਰਾ ਨਾਮ ਜੋਤੀ ਹੈ। ਮੈਂ ਦੁਆਬਾ ਕਾਲਜ BA 5th ਸੈਮ ਦੀ ਵਿਦਿਆਰਥਣ ਹਾਂ। ਅੱਜ ਮੈਂ ਤੁਹਾਡੇ ਸਾਹਮਣੇ ਮੇਰੇ ਸੁਪਨਿਆਂ ਦਾ ਭਾਰਤ ਸਾਂਝਾ ਕਰਨ ਜਾ ਰਹੀ ਹਾਂ। ਮੇਰੇ ਸੁਪਨਿਆਂ ਦਾ ਭਾਰਤ ਅਜਿਹਾ ਹੋਵੇਗਾ ਕਿ ਸਾਰੇ ਦੇਸ਼ ਵਾਸੀ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਰਹਿਣ ਦੇ ਯੋਗ ਹੋਣਗੇ। ਇਹ ਭਾਰਤ ਪ੍ਰਾਚੀਨ ਸ਼ਾਨਦਾਰ ਭਾਰਤ ਵਰਗਾ ਹੋਵੇਗਾ। ਪੁਰਾਣੇ ਸਮੇਂ ਵਿੱਚ ਭਾਰਤ ਨੂੰ ਸੁਨਹਿਰੀ ਪੰਛੀ ਕਿਹਾ ਜਾਂਦਾ ਸੀ। ਇਸ ਸਮੇਂ ਭਾਰਤ ਗਰੀਬੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਅਸੀਂ ਵਿਦੇਸ਼ੀ ਵਿੱਤੀ ਸਹਾਇਤਾ ਤੇ ਨਿਰਭਰ ਹਾਂ। ਮੈਂ ਇੱਕ ਅਜਿਹੇ ਭਾਰਤ ਦੀ ਕਲਪਨਾ ਕਰਦੀ ਹਾਂ ਜਿਸ ਵਿੱਚ ਆਰਥਿਕ ਖੁਸ਼ਹਾਲੀ ਹੋਵੇ, ਸਾਡੀ ਜ਼ਿੰਦਗੀ ਵਿੱਚ ਖੁਸ਼ਹਾਲ ਹੋਵੇ ਅਤੇ ਸਾਨੂੰ ਕਿਸੇ ਵੀ ਦੇਸ਼ ਦੇ ਅੱਗੇ ਆਪਣੇ ਹੱਥ ਨਾ ਫੈਲਾਉਣੇ ਪੈ ਸਕਣ। ਭਾਰਤ ਸੱਭਿਆਚਾਰ ਅਤੇ ਅਧਿਆਤਮਿਕ ਪੱਖੋਂ ਦੁਨੀਆ ਦਾ ਮਾਰਗਦਰਸ਼ਕ ਰਿਹਾ ਹੈ। ਪੂਰੀ ਦੁਨੀਆ ਦੇ ਵਿਦਿਆਰਥੀ ਸਾਡੀ ਨਾਲੰਦਾ ਅਤੇ ਟੈਕਸਿਲਾ ਯੂਨੀਵਰਸਿਟੀ ਵਿੱਚ ਪੜ੍ਹਨ ਆਉਂਦੇ ਸਨ। ਅੱਜ ਸਾਨੂੰ ਵਿਦੇਸ਼ ਜਾਣ ਅਤੇ ਸਿੱਖਿਆ ਪ੍ਰਾਪਤ ਕਰਨ ਵਿੱਚ ਮਾਣ ਮਹਿਸੂਸ ਹੁੰਦਾ ਹੈ। ਮੈਂ ਇੱਕ ਇੰਡੀਆ ਦੀ ਕਲਪਨਾ ਕਰਦੀ ਹਾਂ ਜਿਸ ਵਿੱਚ ਅਸੀਂ ਇੱਕ ਵਾਰ ਫਿਰ ਸੱਭਿਆਚਾਰ ਅਤੇ ਅਧਿਆਤਮਿਕ ਤੌਰ ਤੇ ਵਿਸ਼ਵ ਦੀ ਅਗਵਾਈ ਅਤੇ ਅਧਿਆਤਮਕ ਤੌਰ ਤੇ ਵਿਸ਼ਵ ਦੀ ਅਗਵਾਈ ਕਰਨ ਦੇ ਯੋਗ ਹੋਵਾਂਗੇ। ਸਾਡੀ ਸੱਭਿਆਚਾਰ ਵਿਸ਼ਵ ਦਾ ਸਭ ਤੋਂ ਉੱਤਮ ਸੱਭਿਆਚਾਰ ਹੈ। ਮੈਂ ਇੱਕ ਭਾਰਤ ਦੀ ਕਲਪਨਾ ਕਰਦੀ ਹਾਂ ਜੋ ਸਾਰਿਆਂ ਦੁਆਰਾ ਸ਼ੋਸ਼ਣ ਤੋਂ ਮੁਕਤ ਹੋਏਗਾ। ਉੱਥੇ ਨਾ ਤਾਂ ਸਰਮਾਏਦਾਰ ਜਮਾਤ ਕਿਸਾਨੀ ਅਤੇ ਮਜ਼ਦੂਰਾਂ ਦਾ ਸ਼ੋਸ਼ਣ ਕਰ ਸਕੇਗੀ ਅਤੇ ਨਾ ਹੀ ਸਿਆਸਤਦਾਨ ਅਤੇ ਆਮ ਲੋਕਾਂ ਦਾ। ਉਸ ਭਾਰਤ ਦੀ ਤਰੱਕੀ ਦੇ ਬਰਾਬਰ ਮੌਕੇ ਉਪਲਬਧ ਹੋਣਗੇ। ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਹਰ ਕਿਸੇ ਦੇ ਦਿਲ ਵਿੱਚ ਹੋਵੇ। ਇਸ ਸਮੇਂ ਭਾਰਤ ਵਿੱਚ ਅਨਪੜ੍ਹਤਾ ਸਭ ਤੋਂ ਵੱਡਾ ਸ਼ਰਾਪ ਹੈ। ਇਸ ਤੋਂ ਛੁਟਕਾਰਾ ਪਾਏ ਬਿਨਾਂ ਭਾਰਤ ਤਰੱਕੀ ਨਹੀਂ ਕਰ ਸਕਦਾ। ਮੇਰੇ ਸੁਪਨਿਆਂ ਦਾ ਭਾਰਤ ਪੂਰੀ ਤਰ੍ਹਾਂ ਸਾਹਿਤਕ ਹੋਵੇਗਾ। ਸਾਰਿਆਂ ਨੂੰ ਉੱਥੇ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਹ ਇੱਕ ਚੇਤਨ ਨਾਗਰਿਕ ਦੀ ਤਰ੍ਹਾਂ ਰਹਿਣਗੇ। ਮੈਂ ਇੱਕ ਭਾਰਤ ਦੀ ਕਲਪਨਾ ਕਰਦੀ ਹਾਂ ਜਿੱਥੇ ਏਕਤਾ ਸਥਾਪਿਤ ਕੀਤੀ ਜਾਏਗੀ। ਸਾਰੇ ਧਰਮਾਂ ਅਤੇ ਸੰਪਰਦਾਵਾਂ ਦੇ ਲੋਕ ਮਿਲ ਕੇ ਰਹਿਣਗੇ। ਉਸ ਭਾਰਤ ਦੇ ਅਤਵਾਦ ਦਾ ਪਤਾ ਵੀ ਨਹੀਂ ਚੱਲੇਗਾ। ਸਾਰੇ ਵਸਨੀਕ ਇਸ ਨੂੰ ਆਪਣਾ ਦੇਸ਼ ਮੰਨਣਗੇ। ਲੋਕਾਂ ਦੇ ਦਿਲ ਵਿੱਚ ਪਿਆਰ, ਹਮਦਰਦੀ, ਅਹਿੰਸਾ ਅਤੇ ਸੱਚ ਲਈ ਸਤਿਕਾਰ ਦੀ ਭਾਵਨਾ ਹੋਵੇਗੀ। ਮੇਰੇ ਸੁਪਨਿਆਂ ਦੇ ਭਾਰਤ ਵਿੱਚ ਖੇਤੀਬਾੜੀ ਅਤੇ ਉਦਯੋਗ ਵਿੱਚ ਤਰੱਕੀ ਨਵੀਂ ਦਿਸ਼ਾ ਨੂੰ ਛੂਹਣੀ ਚਾਹੀਦੀ ਹੈ। ਇੱਥੇ ਉਤਪਾਦਨ ਦੀ ਗਤੀ ਕਦੇ ਵੀ ਹੌਲੀ ਨਹੀਂ ਹੋਵੇਗੀ। ਲੋਕਾਂ ਨੂੰ ਭੋਜਨ ਲਈ ਭੋਜਨ ਦੀ ਮਾਤਰਾ ਵਿੱਚ ਉਪਲਬਧ ਹੋਵੇਗਾ ਅਤੇ ਦੁੱਧ ਅਤੇ ਦਹੀਂ ਦੀਆਂ ਨਦੀਆਂ ਵਹਿਣਗੀਆਂ। ਇਸ ਨਾਲ ਭਾਰਤ ਦੀ ਸਿਹਤ ਬਿਹਤਰ ਹੋਵੇਗੀ। ਮੈਂ ਇੱਕ ਭਾਰਤ ਦੀ ਕਲਪਨਾ ਕਰਦੀ ਹਾਂ ਜਿੱਥੇ ਲੋਕਤੰਤਰ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹੁੰਦੀਆਂ ਸਨ। ਇੱਥੇ ਦੇ ਨਾਗਰਿਕ ਹਰ ਤਰ੍ਹਾਂ ਨਾਲ ਆਜ਼ਾਦੀ ਦਾ ਆਨੰਦ ਲੈ ਸਕਣਗੇ। ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕੰਮ ਕਰਨ ਦੀ ਪੂਰੀ ਆਜ਼ਾਦੀ ਹੋਵੇ। ਧੰਨਵਾਦ। नमस्कार, मेरा नाम इशिता है और आज मैं आप सभी के सामने कविता का उच्चारण करने जा रही हूँ जिसका शीर्षक है तू आज की नारी है। जब तू छोटी बच्ची थी बड़ी शरारत करती थी। मम्मी का मेकअप लगाना पसंद करती थी। उनके दुपट्टे की साड़ी पहनकर खुद से बातें करती थी। किचन सेट में अपना फेवरेट खाना बनाती और पापा को जबरदस्ती खिलाती थी। मगर अब तुम अपनी मनपसंद चीजें करने से क्यों हिचकिचाती हो? लोग क्या कहेंगे इससे डर जाती हो। तुम वो किताब हो जो दूसरे लिख रहे हैं, पानी की तरह उसी जग में बह रही हो जिसमें तुम्हें डाला जा रहा है और उस जग को इतना भर रही हो कि तुम्हें सांस लेने की जगह नहीं मिल रही। क्या तुम वो पतंग हो जो पेड़ की शाखाओं में अटकी हुई है और जिसे सब लोग चुके हैं? तुम लोगों की बातों को खुद की पहचान क्यों बना देती हो? आसपास की दुनिया को खुद से ज्यादा प्यार करती हो। जिंदगी की दौड़ में भाग तो रही हो मगर मेरी दोस्त सिर्फ जीतने के लिए नहीं, जीने के लिए। तो अब अपनी किताब की शायर तुम खुद बनो। तुम आज की नारी हो। तुम
मेकअप लगाना चाहती हो या साड़ी पहनना या अपना मनपसंद कुछ भी करना, तुम जो भी हो, जैसी भी हो और जहाँ भी हो, तुम बहुत अच्छी हो। तुम वो पतंग नहीं हो जो पेड़ की शाखाओं में अटकी हुई है, तुम वो पतंग हो जो आसमान की ऊंचाइयों को छू रही है। तो अब उड़ते हैं उस आसमान में और जीते हैं अपनी जिंदगी मजे के साथ। शुक्रिया। है प्रीत जहाँ की रीत सदा, है प्रीत जहाँ की रीत सदा, मैं गीत वहाँ के गाता हूँ। है प्रीत जहाँ की रीत सदा, मैं गीत वहाँ के गाता हूँ। भारत का रहने वाला हूँ, आज सपनों के भारत की बात सुनाता हूँ। आज सपनों के भारत की बात सुनाता हूँ। मेरी तरफ से सभी को सादर नमस्कार। मैं मोहित कुमार बीकॉम सेमेस्टर 3 का छात्र हूँ। आज मैं आपके समक्ष मेरे सपनों का भारत महत्वपूर्ण विषय पर अपने विचार को आप सबके समक्ष रखने की अभिलाषा रखता हूँ। भारत 32,87,063 वर्ग में फैला 130 करोड़ जनसंख्या को अपनी आंचल की छाव में पिरोए हुए एक ऐसा अद्भुत देश है जो 28 राज्य और 9 केंद्र शासित प्रदेशों के रूप में अडिग, अछूट, अकालज अब बना हुआ है। लेकिन ये केवल सीमाओं से घिरा हुआ एक देश ही नहीं बल्कि एक माँ की पावन आंचल है, हमारा आधार है, हमारी पालनहार है, हमारी पहचान है। लेकिन हम कभी गौरवान्वित महसूस किया करते थे क्योंकि हम ऐसे देश में रह रहे थे जहां अशोक सम्राट जैसे राजा रह रहे थे। हम ऐसे देश में रह रहे थे जहां तक्षशिला और नालंदा जैसे विश्वविद्यालय थे। हम ऐसे देश में रह रहे थे जहां डाल डाल पर सोने की चिड़िया रहती थी। हम ऐसे देश में रह रहे थे जिसे अपने भूगोल से पहले ब्रह्मांड का भूगोल पता। लेकिन आज आजादी के 75 वर्षों के बाद हमारे देश में व्याप्त सामाजिक, राजनीतिक, आर्थिक, सांस्कृतिक कुरीतियों, गरीबी, भुखमरी, भ्रष्टाचार, जातिवाद, महिलाओं का शोषण, महिलाओं की अहिंसा जैसी तमाम परेशानियों ने हमारे सामने एक ऐसे वास्तविक भारत में पड़े इन सारी समस्याओं से मुक्त एक ऐसे सपने की भारत की परिकल्पना के बारे में सोचने के लिए हमें मजबूर कर दिया जो इन सारी परेशानियों से मुक्त हो और आत्मनिर्भर हो। ऐसे में इन सारी परेशानियों के दुख के कारण मेरी डूबती हुई आंखों में भारत का सपना गोता लगाता है, जिससे पहले फिर से तक्षशिला और नालंदा जैसे विश्वविद्यालय, ताकि भारत के प्रतिभाशाली बच्चों को अपने माँ बाप के दिन रात पैसों को कैलिफोर्निया, कैम्ब्रिज, IIMT जैसी यूनिवर्सिटी पढ़ने के लिए दांव पर न लगाना पड़े। मैं ऐसे सपनों के भारत की संकल्पित हूँ जिसकी शिक्षा पद्धति केवल विद्वानों और ब्रह्मानों और पाठ्यक्रम को पूरा करने तक सीमित ना हो बल्कि वह सहायक हो बच्चों में एंटरप्रेन्योर मेंशन को डेवलप करने, उनमें बिजनेस ब्लास्टर आइडियाज को जन्म देने, उनकी सोच की सीमा के दायरे को बढ़ाने के, ताकि फिर से हमारे सपनों में एक नया आर्यभट्ट, एक नया सीवी रमन, नया भास्कराचार्य, नया JC बॉस, विक्रम साराभाई जैसे नए वैज्ञानिक हो, रविंद्रनाथ टैगोर जैसे नए कवि हो, विवेकानंद जैसे नए दार्शनिक हो जो मेरे भारत की आत्मनिर्भर भारत को खंड खंड करेंगे। मैं ऐसे सपनों के भारत को संकल्पित हूँ जहां हर एक किसान बिना कोई लोन और ब्याज की चिंता से खेतों में बीजों की बुआई करे, जहां अदालत में बैठे हुए जज साहब पूरी निष्ठा और निरपेक्षता के साथ सुनवाई करेंगे, जहां बेटी पढ़ाओ और बेटी बढ़ाओ के साथ साथ बेटे को समझाओ और देश के काबिल बनाओ जैसे विचारधाराओं को भी महत्व दिया जाएगा, जहां भारतीय संस्कृति तिरस्कृत नहीं, जहां भारतीय संस्कृति तिरस्कृत नहीं बल्कि अनुकरणीय होगी, जहां भारतीय संस्कृति तिरस्कृत नहीं बल्कि अनुकरणीय होगी, जहां युवा 15 अगस्त और 26 जनवरी में देश के भक्त के नाम पे तिरंगे के साथ सेल्फी खिंचाने की बजाय चिकित्सा, ज्ञान, विज्ञान, साहित्य और सभी क्षेत्रों के माध्यम में आत्मनिर्भर भारत के लिए अपना योगदान देंगे। मैं ऐसे सपनों के भारत के लिए संकल्पित हूं जहां दीनहीन, गरीब से गरीब लोग भी महसूस करेंगे ये उनका देश है और इनके निर्माण के लिए उनकी आवाज का भी महत्व है। मैं ऐसे सपनों के लिए संकल्पित हूं जहां ऊंच और नीच वर्गों में कोई भेदभाव नहीं होगा, विभिन्न संप्रदायों में मेल जोल होगा, शराब और नशीली वस्तुओं में कोई स्थान नहीं होगा, महिलाओं का संरक्षण होगा, हर क्षेत्र में भविष्य सुरक्षित होगा, प्रत्येक नागरिक सकरणीय होगा।
बेरोजगार के नाम पे कोई सोर्स नहीं होगा, हर गरीब निहाल होगा, हर परिवार खुशहाल होगा। जब तक गरीब का बच्चा मध्याह्न भोजन के लिए नहीं, जब एक गरीब का बच्चा मध्याह्न भोजन के लिए नहीं बल्कि ज्ञान अर्जन के लिए सरकारी विद्यालयों की चौखट पर कदम रखेगा, ऐसा होगा मेरा भारत, ऐसा होगा मेरा भारत। तब तक मेरे भारत का सपना अस्तित्व में नहीं आ सकता जब हम ये सब चीज एक साथ मिलकर संपूर्ण रूप से पूरा करेंगे। उस दिन उभर रहा होगा मेरे सपनों का भारत, उस दिन उभर रहा होगा मेरे सपनों का भारत। जय हिंद, जय भारत। मेरी तरफ से सभी को नमस्कार। मैं हरमनप्रीत कौर बीकॉम 3rd सेमेस्टर की छात्रा हूँ। मैं आप सभी के सामने एक कविता पेश करना चाहती हूँ जिसका विषय नई लड़की। चूल्हा चौंका करती है, चूल्हा चौंका करती है पर वहीं तक सीमित न रह पाएगी। चूल्हा चौंका करती है पर वहीं तक सीमित न रह पाएगी। ये नई लड़की है लोगों, ये नई लड़की है लोगों, कुछ नया करके दिखाएगी। लड़कों को पीछे छोड़, लड़कों को पीछे छोड़, ये सोच से आगे जाएगी। लड़कों को पीछे छोड़, ये सोच से आगे जाएगी। तुम तोड़ो तो जंजीर इसकी, ये जग में नाम कमाएगी। तुम तोड़ो तो जंजीर इसकी, ये जग में नाम कमाएगी। राहों को एक अंकड़ पार कर, राहों के एक अंकड़ पार कर, ये आगे बढ़ दिखाएगी। लड़की है पर लड़ सकती है, लड़की है पर लड़ सकती है, हक के लिए लड़कर भी दिखाएगी। ना रोक सके इसे कोई, ना रोक सके इसे कोई, अगर ये हिम्मत कर दिखाएगी। हर मंजिल हासिल कर ले ये, हर मंजिल हासिल कर ले ये, जब ये निडर चलकर जाएगी। सफर शुरू कर तू अपना, सफर शुरू कर तू अपना, हर राह पर जीत पाएगी। देख तेरा साहस लड़की, मुश्किल खुद राह से हट जाएगी। देख तेरा साहस लड़की, मुश्किल खुद राह से हट जाएगी। पुराना दौर गया, पुराना दौर गया, ये नया दौर लाएगी। ये नई लड़की है लोगों, कुछ नया करके दिखाएगी। ये नई लड़की है लोगों, कुछ नया करके दिखाएगी। धन्यवाद। मेरे प्यारे सत्कारयोग जज साहिबान ते मेरे प्यारे साथियों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਨੰਦਨੀ ਬੀਕਾਮ ਸਮੈਸਟਰ 1 ਤੋਂ 1 ਦੀ ਵਿਦਿਆਰਥਣ ਤੁਹਾਡੇ ਸਾਰਿਆਂ ਅੱਗੇ ਆਪਣੀ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਹੈ ਮੇਰਾ ਨਵਾਂ ਰੂਪ। ਇਹ ਮੇਰਾ ਨਵਾਂ ਰੂਪ ਹੈ ਜਿਸ ਵਿੱਚ ਨਾਰੀ ਅਬਲਾ ਨਹੀਂ ਚੰਡੀ ਦਾ ਸਵਰੂਪ ਹੈ। ਇਹ ਮੇਰਾ ਨਵਾਂ ਰੂਪ ਹੈ ਜਿਸ ਵਿੱਚ ਅਬਲਾ ਨਹੀਂ ਚੰਡੀ ਦਾ ਸਵਰੂਪ ਹੈ। ਜਿਸ ਵਿੱਚ ਭਰਿਆ ਹੋਇਆ ਗਿਆਨ ਹੈ, जिस विच भरिया होया ज्ञान है जो भारतीयां दी शान है। जिस नूं अपनी काबलता ते मान है, जिस नूं अपनी काबलता ते मान है, ओ नारी जात महान है। जिस नूं समझिया नहीं जांदा पैर दी जुत्ती, जिस नूं समझिया नहीं जांदा पैर दी जुत्ती, हुण ताज वांग सिर ते सजाया जाता है। जिस नूं रखदे नहीं हुण घरां विच डक के, जिस नूं रखदे नहीं हुण घरां विच डक के, लोक सभा विच सब तो उच्चा दर्जा दिता जाता है। जिस नूं मर्दां नाल मोढे नाल मोढा जोड़ के, जिस नूं मर्दां नाल मोढे नाल मोढा जोड़ के तुरना भी सिखाया जाता है। अज दी नारी ने शस्त्रां नाल भी पा लई हुण यारी है। अज दी नारी ने शस्त्रां नाल भी पा लई हुण यारी है। ओ इकल्ली तलवार भी है, ओ इकल्ली तलवार भी है, लोड़ पैण ते बांदी ढाल भी है। ओ भी एक मां दी जाई है, ओ भी एक मां दी जाई है जिस विच पिता दी सिक्ख्या समाई है। कि धीए तू उड़ अपनी उड़ान, तू उड़ अपनी उड़ान, तू छू लै आसमान नूं, तेरी उड़ान नूं पर आप मिलेंगे, तेरी उड़ान नूं पर आप मिलेंगे। उन्हां परां नूं ला के उड़दी जा, लोकां दी गल ना गौर करी, लोकां दी गल ना गौर करी, बस अपनी फतेह दा शोर करी, बस अपनी फतेह दा शोर करी। तेनू तेरी मंजिल मिल जाएगी, तेनू तेरी मंजिल मिल जाएगी, ए औखी घड़ी भी लंघ जाएगी। तू नारी जाता मान बनेगी, तू नारी जाता मान बनेगी, फतेह अपनी दा श्रृंगार करेगी। जिसने दुनिया नू जाया है, तू जिसने दुनिया नू जाया है, एक दिन दुनिया ते राज करेगी, एक दिन दुनिया ते राज करेगी। तू अज दी नारी है, तू अज दी नारी है, एक कली ही सब ते भारी है। तेनू लिहाज है अपनी इज्जत दा, तेनू लिहाज है अपनी इज्जत दा, पर लुक के रहना आवे ना, हुण डट के हक दी मंग करे,
ਹੁਣ ਡਟ ਕੇ ਹੱਕ ਦੀ ਮੰਗ ਕਰੇ, ਤੈਨੂੰ ਡਰ ਕੇ ਸਹਿਣਾ ਆਵੇ ਨਾ, ਤੈਨੂੰ ਡਰ ਕੇ ਸਹਿਣਾ ਆਵੇ ਨਾ। ਤੂੰ ਨਾਰੀ ਦਾ ਉਹ ਰੂਪ ਹੈ, ਤੂੰ ਨਾਰੀ ਦਾ ਉਹ ਰੂਪ ਹੈ ਜੋ ਅਬਲਾ ਨਹੀਂ, ਚੰਡੀ ਦਾ ਸਵਰੂਪ ਹੈ, ਚੰਡੀ ਦਾ ਸਵਰੂਪ ਹੈ। ਧੰਨਵਾਦ। ਅੱਜ ਦੀ ਇਸ ਮਹਿਫਲ ਦੇ ਵਿੱਚ ਮੌਜੂਦ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਕਮਲਜੀਤ ਸਿੰਘ ਆਜ਼ਾਦ ਸਾਹਿਬ ਜੀ ਦੇ ਸਨਮੁਖ ਆਪਣੀ ਲਿਖਤਾਂ ਚੋਂ ਇੱਕ ਕਵਿਤਾ ਲੈ ਕੇ ਪੇਸ਼ ਹੋਇਆ, ਸੋ ਜਿਸ ਦਾ ਸਿਰਲੇਖ ਹੈ ਹਿੰਦੁਸਤਾਨ ਬੋਲਦਾ ਹਾਂ। ਸੋ ਕਹਿੰਦਾ ਕਿ ਜਿਹੜੀ ਮਿੱਟੀ 'ਚ ਜੰਮਿਆ ਪਲਿਆ ਤੂੰ ਉਹਦੀ ਜਾਨ ਬੋਲਦਾ ਆ, ਜਿਹੜੀ ਮਿੱਟੀ 'ਚ ਜੰਮਿਆ ਪਲਿਆ ਤੂੰ ਉਹਦੀ ਜਾਨ ਬੋਲਦਾ ਆ, ਮੈਂ ਹੋਰ ਕੋਈ ਨਹੀਂ ਮਿੱਤਰਾ ਹਿੰਦੁਸਤਾਨ ਬੋਲਦਾ ਆ, ਮੈਂ ਹੋਰ ਕੋਈ ਨਹੀਂ ਮਿੱਤਰਾ ਹਿੰਦੁਸਤਾਨ ਬੋਲਦਾ ਆ। ਇੱਕ ਸਮਾਂ ਸੁਨੱਖੜਾ ਸੀ ਕਦੇ, ਇੱਕ ਸਮਾਂ ਸੁਨੱਖੜਾ ਸੀ ਕਦੇ, ਵਿਰਸਾ ਵੀ ਬੜਾ ਕਮਾਲ ਸੀ, ਨਾ ਦੁੱਖ ਸੀ ਕੋਈ ਨਰ ਨਾਰੀ ਨੂੰ, ਸੁਖੀ ਹਰ ਬੁੱਢੜਾ ਬਾਲ ਸੀ, ਨਾ ਥੋੜ ਸੀ ਕੋਈ ਧਨ ਦੌਲਤ ਦੀ, ਨਾ ਥੋੜ ਸੀ ਕੋਈ ਧਨ ਦੌਲਤ ਦੀ, ਅਸੀਮਤ ਹੀਰੇ ਲਾਲ ਸੀ, ਗੁਰੂਆਂ ਪੀਰਾਂ ਸੰਤਾਂ ਦੀ ਕਿਰਪਾ ਵੀ ਬੇਮਿਸਾਲ ਸੀ। ਸੋਨੇ ਵਾਲੀ ਚਿੜੀ ਦੀ ਕੀਮਤੀ ਖਾਨ ਬੋਲਦਾ ਆ, ਸੋਨੇ ਵਾਲੀ ਚਿੜੀ ਦੀ ਕੀਮਤੀ ਖਾਨ ਬੋਲਦਾ ਆ, ਮੈਂ ਹੋਰ ਕੋਈ ਨਹੀਂ ਮਿੱਤਰਾ ਹਿੰਦੁਸਤਾਨ ਬੋਲਦਾ ਆ, ਮੈਂ ਹੋਰ ਕੋਈ ਨਹੀਂ ਮਿੱਤਰਾ ਭਾਰਤ ਮਹਾਨ ਬੋਲਦਾ ਆ। ਮਖਮਲ ਦੇ ਕੱਪੜਿਆਂ ਤੋਂ ਵਿੱਚ ਗਲਦੇ ਆਈਆਂ ਪਾਟੀਆਂ ਲੀਰਾਂ, ਮਖਮਲ ਦੇ ਕੱਪੜਿਆਂ ਤੋਂ ਵਿੱਚ ਗਲਦੇ ਆਈਆਂ ਪਾਟੀਆਂ ਲੀਰਾਂ, ਹੋਣੀ ਅੱਗੇ ਕਹਿਣ ਸਿਆਣੇ ਨਾ ਚੱਲਣ ਤਦਬੀਰਾਂ, ਉਦੋਂ ਵੇਖ ਖੁਸ਼ਹਾਲੀ ਮੇਰੀ, ਉਦੋਂ ਵੇਖ ਖੁਸ਼ਹਾਲੀ ਮੇਰੀ, ਬਹੁਤਿਆਂ ਦੇ ਸੀ ਲੜ ਗਈ ਮੱਖ, ਮੇਰੇ ਵੱਲ ਤੱਕ ਵੇਖਣ ਲੱਗ ਪਈ ਹਰ ਇੱਕ ਵੈਸ਼ੀ ਭੁੱਖੀ ਅੱਖ, ਨਾਲ ਫੌਜਾਂ ਨਾਲ ਸ਼ਸਤਰਾਂ, ਨਾਲ ਫੌਜਾਂ ਤੇ ਨਾਲ ਸ਼ਸਤਰਾਂ, ਮੈਨੂੰ ਬੇਰਹਿਮੀ ਨਾਲ ਕੁੱਟਿਆ, ਮੇਰਾ ਹੁਸਨ ਕੁਆਰਾ ਉਹਨਾਂ ਦਰਿੰਦਿਆਂ ਖੂੰਖਾਰਾਂ ਨੇ ਲੁੱਟਿਆ। ਈਰਾਨੀ ਸਿਕੰਦਰ ਬਾਬਰ ਦੇ, ਈਰਾਨੀ ਸਿਕੰਦਰ ਬਾਬਰ ਦੇ ਗੁੱਜੇ ਭੇਤ ਖੋਲਦਾ ਆ, ਮੈਂ ਹੋਰ ਕੋਈ ਨਹੀਂ ਮਿੱਤਰਾ ਹਿੰਦੁਸਤਾਨ ਬੋਲਦਾ ਆ, ਮੈਂ ਹੋਰ ਕੋਈ ਨਹੀਂ ਮਿੱਤਰਾ ਭਾਰਤ ਮਹਾਨ ਬੋਲਦਾ ਆ। ਮਾਰਨ ਕੁੱਟਣ ਤੋਂ ਵੀ ਮਾੜੀ ਇੱਕ ਹੋਰ ਹਨੇਰੀ ਝੁੱਲੀ, ਮਾਰਨ ਕੁੱਟਣ ਤੋਂ ਵੀ ਮਾੜੀ ਇੱਕ ਹੋਰ ਹਨੇਰੀ ਝੁੱਲੀ, ਪ੍ਰੇਤ ਵਰਗੀਆਂ ਫਿਰਕੂਆਂ ਨੂੰ ਜਦੋਂ ਮਨੁੱਖਤਾ ਭੁੱਲੀ, ਉਹਨਾਂ ਧਰਤੀ ਵੰਡੀ ਸਾਗਰ ਵੰਡੇ, ਧਰਤੀ ਵੰਡੀ ਸਾਗਰ ਵੰਡੇ, ਹਵਾ ਦੇ ਨਾਲ ਅਸਮਾਨ ਵੀ ਵੰਡਿਆ, ਜਾਤਾਂ ਮਜ਼ਹਬਾਂ ਧਰਮਾਂ ਅੰਦਰ ਹਰ ਇੱਕ ਉਸ ਇਨਸਾਨ ਨੂੰ ਵੰਡਿਆ। ਸ਼ੂਦਰ ਸਵਰਨ ਦਾ ਰੌਲਾ ਪਾ ਕੇ, ਸ਼ੂਦਰ ਸਵਰਨ ਦਾ ਰੌਲਾ ਪਾ ਕੇ ਸਾਰੇ ਭੈਣ ਭਰਾ ਨੂੰ ਵੰਡਿਆ, ਧਰਮਾਂ ਵਿੱਚ ਭੁਲੇਖੇ ਪਾ ਪਾ ਫੇਰ ਉਹਨਾਂ ਖੁਦਾ ਨੂੰ ਵੰਡਿਆ। ਬੇਗਾਨਾ ਨਾ ਕੋਈ ਲੰਕਾ ਢਾਵੇ, ਬੇਗਾਨਾ ਨਾ ਕੋਈ ਲੰਕਾ ਢਾਵੇ, ਢੱਕਦੀ ਤਾਂ ਜੇ ਆਪਣਾ ਰੋਲਦਾ ਆ, ਮੈਂ ਹੋਰ ਕੋਈ ਨਹੀਂ ਮਿੱਤਰਾ ਹਿੰਦੁਸਤਾਨ ਬੋਲਦਾ ਆ, ਹੋਰ ਕੋਈ ਨਹੀਂ ਮਿੱਤਰਾ ਹਿੰਦੁਸਤਾਨ ਬੋਲਦਾ ਆ। ਪਹਿਲਾਂ ਆਰੀਏ ਫਿਰ ਲੋਧੀ ਮੁਗਲ, ਪਹਿਲਾਂ ਆਰੀਏ ਫਿਰ ਲੋਧੀ ਮੁਗਲ, ਫਿਰ ਲੁੱਟਣ ਲਈ ਅੰਗਰੇਜ਼ ਵੀ ਆਏ, ਸਾਰਿਆਂ ਆਪਣੀ ਸੋਚ ਮੁਤਾਬਕ ਵੱਖਰੇ ਵੱਖਰੇ ਫੰਦੇ ਪਾਏ, ਫੁੱਟ ਪਵਾ ਕੇ ਰਾਜ ਕਰਨ ਦੀ ਨੀਤੀ ਸੀ ਅਪਣਾਈ, ਫੁੱਟ ਪਵਾ ਕੇ ਰਾਜ ਕਰਨ ਦੀ ਨੀਤੀ ਸੀ ਅਪਣਾਈ, ਆਪਸ ਦੇ ਹੀ ਵਿੱਚ ਲੜਾਏ ਦੇਸ਼ ਦੇ ਹਰ ਇੱਕ ਭੈਣ ਤੇ ਭਾਈ, ਮੇਰੇ ਉੱਤੋਂ ਹੀ ਕਰ ਕਮਾਈ ਖੂਬ ਨਫਾ ਉਹਨਾਂ ਖੱਟਿਆ, ਮੇਰੇ ਉੱਤੋਂ ਹੀ ਕਰ ਕਮਾਈ ਖੂਬ ਨਫਾ ਉਹਨਾਂ ਖੱਟਿਆ, ਆਪਣਾ ਮਤਲਬ ਪੂਰਾ ਕਰਨ ਲਈ ਜੜ ਮੇਰੀ ਨੂੰ ਧਰਤੀਆਂ ਪੱਟਿਆ, ਸੱਟਾਂ ਮੇਰੀਆਂ ਦੇ ਜ਼ਖਮਾਂ ਦੇ, ਸੱਟਾਂ ਮੇਰੀਆਂ ਦੇ ਜ਼ਖਮਾਂ ਦੇ ਨਿਸ਼ਾਨ ਬੋਲਦਾ ਆ, ਮੈਂ ਹੋਰ ਕੋਈ ਨਹੀਂ ਮਿੱਤਰਾ ਹਿੰਦੁਸਤਾਨ ਬੋਲਦਾ ਆ, ਮੈਂ ਹੋਰ ਕੋਈ ਨਹੀਂ ਮਿੱਤਰਾ ਭਾਰਤ ਮਹਾਨ ਬੋਲਦਾ ਆ। ਮੇਰੇ ਕਿੱਸੇ ਪਿੰਡੀ ਸ਼ਹਿਰੀ ਕੀ, ਮੇਰੇ ਕਿੱਸੇ ਪਿੰਡੀ ਸ਼ਹਿਰੀ ਕੀ, ਹਰ ਥਾਈਂ ਸੁਣਾਏ ਗਏ, ਕੁਰਬਾਨੀ ਮੰਗੇ ਸੰਘਰਸ਼ ਸਦਾ ਕਈ ਲਹੂ ਵਹਾਏ ਗਏ, ਵਿੱਚ ਪਾਇਆ ਪਾਰਜਾ ਦੇਸ਼ ਦੇ, ਵਿੱਚ ਪਾਇਆ ਪਾਰਜਾ ਦੇਸ਼ ਦੇ, ਹੋਇਆ ਮੈਂ ਦਰਬਾਰ ਸਾਂ, ਗਿੱਟੇ ਗੋਡੇ ਵੱਢ ਕੇ ਫਿਰ ਕੀਤਾ ਗਿਆ ਆਜ਼ਾਦ ਸਾਂ, ਜਿਨ੍ਹਾਂ ਦਿੱਤੀ ਮੂਲ ਸੁਤੰਤਰਤਾ, ਜਿਨ੍ਹਾਂ ਦਿੱਤੀ ਮੂਲ ਸੁਤੰਤਰਤਾ, ਕਿਤੇ ਮਹਾਪੁਰਸ਼ ਉਹ ਰੁੱਸ ਨਾ ਜਾਵਣ, ਹੱਕ ਮਿਲਦੇ ਮਹਿੰਗੇ ਮੁੱਲ ਤਾਈਂ ਕਿਤੇ ਹੱਥਾਂ ਵਿੱਚੋਂ ਖੁੱਸ ਨਾ ਜਾਵਣ। ਸੱਭਰਵਾਲ ਦੀ ਕਲਮ ਦੀ ਬਨ ਜ਼ਬਾਨ ਬੋਲਦਾ ਆ, ਸੱਭਰਵਾਲ ਦੀ ਕਲਮ ਦੀ ਬਨ ਜ਼ਬਾਨ ਬੋਲਦਾ ਆ, ਮੈਂ ਹੋਰ ਕੋਈ ਨਹੀਂ ਮਿੱਤਰਾ ਹਿੰਦੁਸਤਾਨ ਬੋਲਦਾ ਆ, ਮੈਂ ਹੋਰ ਕੋਈ ਨਹੀਂ ਮਿੱਤਰਾ ਭਾਰਤ ਮਹਾਨ ਬੋਲਦਾ ਹਾਂ। ਧੰਨਵਾਦ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਜਸਮੀਤ ਕੌਰ ਬੀਕਮ ਸੈਮ 1 ਦੀ ਵਿਦਿਆਰਥਣ ਹਾਂ। ਮੈਂ ਤੁਹਾਡੇ ਸਾਰਿਆਂ ਅੱਗੇ ਆਪਣੇ ਵਿਸ਼ੇ ਮੇਰੇ ਸੁਪਨਿਆਂ ਦਾ ਭਾਰਤ ਉੱਤੇ ਆਪਣੇ ਵਿਚਾਰ ਪੇਸ਼ ਕਰਨ ਜਾ ਰਹੀ ਹਾਂ। ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਵੱਖ-ਵੱਖ ਸੰਸਕ੍ਰਿਤੀਆਂ ਅਤੇ ਧਰਮਾਂ ਦੇ ਲੋਕ ਇੱਕ ਦੂਜੇ ਨਾਲ ਸਦਭਾਵਨਾ ਨਾਲ ਰਹਿੰਦੇ ਹਨ। ਹਾਲਾਂਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਅਜੇ ਵੀ ਕਿਸੇ ਨਾ ਕਿਸੇ ਵਿਅਕਤੀ ਦੇ ਲਿੰਗ, ਜਾਤ, ਨਸਲ, ਧਰਮ ਅਤੇ ਆਰਥਿਕ ਸਥਿਤੀ ਦੇ ਆਧਾਰ ਤੇ ਵਿਤਕਰਾ ਕੀਤਾ ਹੀ ਜਾਂਦਾ ਹੈ। ਮੇਰੇ ਸੁਪਨਿਆਂ ਦਾ ਭਾਰਤ ਅਜਿਹਾ ਹੋਵੇਗਾ ਜਿੱਥੇ ਕਿਸੇ ਨਾਲ ਵੀ ਅਜਿਹਾ ਵਿਤਕਰਾ ਨਾ ਹੋਵੇ।
ਹੋਵੇ। ਭਾਰਤ ਦੇ ਪਿਛਲੇ ਕੁਝ ਦਹਾਕਿਆਂ ਵਿੱਚ ਵਿਗਿਆਨ, ਟੈਕਨੋਲੋਜੀ, ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਬਹੁਤ ਵਿਕਾਸ ਦੇਖਿਆ ਗਿਆ ਹੈ। ਮੈਂ ਇੱਕ ਅਜਿਹੇ ਭਾਰਤ ਦੀ ਕਲਪਨਾ ਕਰਦੀ ਹਾਂ ਜਿੱਥੇ ਹਰ ਇੱਕ ਨਾਗਰਿਕ ਪੜ੍ਹਿਆ ਲਿਖਿਆ ਹੋਵੇ ਅਤੇ ਹਰ ਕਿਸੇ ਨੂੰ ਰੁਜ਼ਗਾਰ ਦੇ ਯੋਗ ਮੌਕੇ ਮਿਲਣਗੇ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਇਸ ਦੀ ਦਰ ਹਰ ਰੋਜ਼ ਤੇਜ਼ੀ ਨਾਲ ਵੱਧ ਰਹੀ ਹੈ। ਆਮ ਆਦਮੀ ਭ੍ਰਿਸ਼ਟ ਸਿਆਸਤਦਾਨਾਂ ਦੇ ਹੱਥੋਂ ਦੁਖੀ ਹੈ ਜੋ ਸਿਰਫ ਆਪਣੇ ਸਵਾਰਥੀ ਮਨਸੂਬਿਆਂ ਦੀ ਪੂਰਤੀ ਵਿੱਚ ਦਿਲਚਸਪੀ ਰੱਖਦੇ ਹਨ। ਮੇਰੇ ਸੁਪਨਿਆਂ ਦਾ ਭਾਰਤ ਭ੍ਰਿਸ਼ਟਾਚਾਰ ਤੋਂ ਮੁਕਤ ਹੋਵੇਗਾ। ਇਹ ਅਜਿਹਾ ਦੇਸ਼ ਹੋਵੇਗਾ ਜਿੱਥੇ ਲੋਕਾਂ ਦੀ ਭਲਾਈ ਹੀ ਸਰਕਾਰ ਦਾ ਇੱਕੋ ਇੱਕ ਮਕਸਦ ਹੋਵੇਗੀ। ਇਹ ਦੇਖ ਕੇ ਮੈਨੂੰ ਬਹੁਤ ਦੁੱਖ ਹੁੰਦਾ ਹੈ ਕਿ ਜੀਵਨ ਦੇ ਹਰ ਖੇਤਰ ਵਿੱਚ ਆਪਣੇ ਆਪ ਨੂੰ ਸਾਬਿਤ ਕਰਨ ਦੇ ਬਾਵਜੂਦ ਵੀ ਔਰਤਾਂ ਨੂੰ ਮਰਦਾਂ ਨਾਲੋਂ ਘੱਟ ਹੀ ਸਮਝਿਆ ਜਾਂਦਾ ਹੈ। ਮੇਰੇ ਸੁਪਨਿਆਂ ਦਾ ਭਾਰਤ ਵਿੱਚ ਕੋਈ ਵੀ ਲਿੰਗ ਭੇਦਭਾਵ ਨਹੀਂ ਹੋਵੇਗਾ। ਇਹ ਉਹ ਥਾਂ ਹੋਵੇਗੀ ਜਿੱਥੇ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਸਮਝਿਆ ਜਾਵੇਗਾ। ਦੇਸ਼ ਵਿੱਚ ਰੋਜ਼ਗਾਰ ਦੇ ਚੰਗੇ ਮੌਕਿਆਂ ਦੀ ਕਮੀ ਹੈ। ਯੋਗਤਾ ਪੂਰੀ ਕਰਨ ਵਾਲੇ ਵੀ ਚੰਗੀਆਂ ਨੌਕਰੀਆਂ ਹਾਸਲ ਕਰਨ ਤੋਂ ਅਸਮਰਥ ਰਹੇ ਹਨ। ਮੇਰੇ ਸੁਪਨਿਆਂ ਦਾ ਭਾਰਤ ਉਹ ਹੈ ਜਿੱਥੇ ਸਾਰਿਆਂ ਨੂੰ ਰੋਜ਼ਗਾਰ ਦੇ ਬਰਾਬਰ ਮੌਕੇ ਪ੍ਰਦਾਨ ਹੋਣਗੇ। ਧੰਨਵਾਦ। मेरे प्यारे साथियों ਅਤੇ ਜੱਜ ਸਾਹਿਬਾਨ, ਮੇਰੇ ਵੱਲੋਂ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਗੁਰਸ਼ਰਨ ਕੌਰ ਹੈ ਤੇ ਮੈਂ ਬੀਕਾਮ ਸੈਮੈਸਟਰ 1 ਦੀ ਵਿਦਿਆਰਥਣ ਹਾਂ। ਮੈਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੀ ਹਾਂ ਮੇਰੇ ਸੁਪਨਿਆਂ ਦਾ ਭਾਰਤ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਸਾਡੇ ਭਾਰਤ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੁੰਦੀਆਂ ਆ ਰਹੀਆਂ ਹਨ। ਜਿਵੇਂ ਕਿ ਸਾਨੂੰ ਪਤਾ ਹੈ ਕਿ ਭਾਰਤ ਵਿੱਚ ਜੋ ਵਿਦਿਆਰਥੀਆਂ ਦੀ ਗਿਣਤੀ ਹੈ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਉਹ ਆਪਣੀ ਜਿਹੜੀ ਪੜ੍ਹਾਈ ਹੈਗੀ ਆ ਉਹ ਕਰਨ ਲਈ ਬਾਹਰ ਜਾ ਰਹੇ ਨੇ। ਪਰ ਸਾਨੂੰ ਚਾਹੀਦਾ ਹੈ ਕਿ ਭਾਰਤ ਵਿੱਚ ਵੀ ਇੱਦਾਂ ਦੇ ਕਾਲਜ ਅਤੇ ਯੂਨੀਵਰਸਿਟੀਆਂ ਖੁੱਲ੍ਹਣ ਜਿਹਦੇ ਨਾਲ ਕਿ ਜਿਹੜੇ ਅੱਜ ਦੇ ਸਾਡੇ ਨੌਜਵਾਨ ਨੇ ਉਹ ਬਾਹਰ ਨਾ ਜਾਣ ਤੇ ਇੱਥੇ ਰਹਿ ਕੇ ਹੀ ਆਪਣੀ ਪੜ੍ਹਾਈ ਦਾ ਅੱਗੇ ਮੁੱਲ ਪਾਉਣ। ਤੇ ਇਹਦੇ ਨਾਲ ਤੇ ਗਵਰਨਮੈਂਟ ਦੀਆਂ ਨੌਕਰੀਆਂ ਵੀ ਮਿਲ ਸਕਦੀਆਂ ਹਨ ਉਹਨਾਂ ਨੂੰ। ਤੇ ਮੇਰੇ ਸੁਪਨਿਆਂ ਦਾ ਭਾਰਤ ਅਜਿਹਾ ਹੋਵੇਗਾ ਕਿ ਸਾਰੇ ਦੇਸ਼ ਵਾਸੀ ਸ਼ਾਂਤੀ ਅਤੇ ਖੁਸ਼ਹਾਲੀ ਵਿੱਚ ਰਹਿਣ ਦੇ ਯੋਗ ਹੋਣਗੇ। ਇਹ ਭਾਰਤ ਪ੍ਰਾਚੀਨ ਸ਼ਾਨਦਾਰ ਭਾਰਤ ਵਰਗਾ ਹੋਵੇਗਾ। ਪੁਰਾਣੇ ਸਮੇਂ ਵਿੱਚ ਭਾਰਤ ਨੂੰ ਸੁਨਹਿਰੀ ਪੰਛੀ ਕਿਹਾ ਜਾਂਦਾ ਸੀ। ਇਸ ਸਮੇਂ ਭਾਰਤ ਵਿੱਚ ਗਰੀਬੀ ਦੇ ਦੌਰ ਵਿੱਚੋਂ ਲੰਘ ਰਿਹਾ ਹੈ। ਅਸੀਂ ਵਿਦੇਸ਼ੀ ਵਿੱਤੀ ਸਹਾਇਤਾ ਤੇ ਨਿਰਭਰ ਹਾਂ। ਮੈਂ ਇੱਕ ਅਜਿਹੇ ਭਾਰਤ ਦੀ ਕਲਪਨਾ ਕਰਦੀ ਹਾਂ ਜਿਸ ਵਿੱਚ ਸਾਡੀ ਜ਼ਿੰਦਗੀ ਖੁਸ਼ਹਾਲ ਹੋਵੇ ਅਤੇ ਸਾਨੂੰ ਕਿਸੇ ਵੀ ਦੇਸ਼ ਦੇ ਅੱਗੇ ਆਪਣੇ ਹੱਥ ਨਾ ਫੈਲਾਉਣੇ ਚਾਹੀਦੇ ਹਨ। ਭਾਰਤ ਸੱਭਿਆਚਾਰਿਕ ਅਤੇ ਅਧਿਆਤਮਿਕ ਪੱਖੋਂ ਦੁਨੀਆ ਦਾ ਮਾਰਗਦਰਸ਼ਕ ਰਿਹਾ ਹੈ। ਪੂਰੀ ਦੁਨੀਆ ਦੇ ਵਿਦਿਆਰਥੀ ਸਾਡੀ ਨਾਲੰਦਾ ਅਤੇ ਟੈਕਸੀਲਾ ਯੂਨੀਵਰਸਿਟੀ ਵਿੱਚ ਪੜ੍ਹਨ ਆਉਂਦੇ ਹਨ। ਅੱਜ ਸਾਨੂੰ ਵਿਦੇਸ਼ ਜਾਣ ਵਿੱਚ ਅਤੇ ਸਿੱਖਿਆ ਪ੍ਰਾਪਤ ਕਰਨ ਵਿੱਚ ਮਾਣ ਮਹਿਸੂਸ ਹੁੰਦਾ ਹੈ। ਇਸ ਦੇ ਨਾਲ ਹੀ ਮੈਂ ਇੱਕ ਭਾਰਤ ਦੀ ਕਲਪਨਾ ਕਰਦੀ ਹਾਂ ਜੋ ਸਾਰਿਆਂ ਦੁਆਰਾ ਸ਼ੋਸ਼ਣ ਕਰ ਸਕੇਗੀ ਅਤੇ ਨਾ ਹੀ ਸਿਆਸਤਦਾਨਾਂ ਅਤੇ ਆਮ ਲੋਕਾਂ ਦਾ ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਹਰ ਕਿਸੇ ਦੇ ਦਿਲ ਵਿੱਚ ਮੌਜੂਦ ਰਹੇਗੀ। ਲੋਕਾਂ ਦੇ ਦਿਲਾਂ ਵਿੱਚ ਪਿਆਰ, ਹਮਦਰਦੀ, ਪਰਉਪਕਾਰੀ, ਅਹਿੰਸਾ ਅਤੇ ਸੱਚ ਲਈ ਸਤਿਕਾਰ ਦੀ ਭਾਵਨਾ ਹੋਵੇਗੀ। ਉੱਥੇ ਉਤਪਾਦਨ ਦੀ ਗਤੀ ਕਦੇ ਵੀ ਹੌਲੀ ਨਹੀਂ ਹੋਵੇਗੀ। ਲੋਕਾਂ ਨੂੰ ਭੋਜਨ ਕਾਫੀ ਮਾਤਰਾ ਵਿੱਚ ਉਪਲਬਧ ਹੋਵੇਗਾ ਅਤੇ ਦੁੱਧ ਅਤੇ ਦਹੀਂ ਦੀਆਂ ਨਦੀਆਂ ਵਹਿਣਗੀਆਂ। ਇਸ ਨਾਲ ਭਾਰਤੀਆਂ ਦੀ ਸਿਹਤ ਬਿਹਤਰ ਹੋਵੇਗੀ। ਮੇਰਾ ਇੱਕ ਸੁਪਨਾ ਇਹ ਵੀ ਹੈ ਕਿ ਜਿੱਥੇ ਸੜਕ ਤੇ ਤੁਰੀ ਜਾਂਦੀ ਹਰ ਕੁੜੀ ਸੁਰੱਖਿਅਤ ਮਹਿਸੂਸ ਕਰੇ। ਕਦੇ ਕਿਸੇ ਇਕੱਲੀ ਜਾਂਦੀ ਕੁੜੀ ਨੂੰ ਕਿਸੇ ਮਰਦ ਨੂੰ ਵੇਖ ਕੇ ਡਰ ਨਾ ਲੱਗੇ। ਕਦੇ ਕੋਈ ਲੜਕੀ 4 ਆਦਮੀ ਦੇ ਕੇ ਆਪਣਾ ਰਾਹ ਨਾ ਬਦਲੇ। ਮੇਰੇ ਸੁਪਨਿਆਂ ਦਾ ਭਾਰਤ ਅਜਿਹਾ ਹੋਵੇ ਜਿੱਥੇ ਸਾਡੀਆਂ ਧੀਆਂ ਭੈਣਾਂ ਸਿਰ ਝੁਕਾ ਕੇ ਨਹੀਂ ਸਗੋਂ ਸਿਰ ਉੱਚਾ ਕਰਕੇ ਘੁੰਮ ਸਕਣ। ਉਹਨਾਂ ਨੂੰ ਪੂਰਨ ਆਜ਼ਾਦੀ ਮਿਲੇ ਕਿਉਂਕਿ ਸਾਡੇ ਸਮਾਜ ਦੀ ਸੋਚ ਇਸ ਤਰ੍ਹਾਂ ਦੀ ਬਣ ਚੁੱਕੀ ਹੈ ਕਿ ਜੋ ਗੱਲਾਂ 'ਚ ਤਾਂ ਮਹਿਲਾ ਨੂੰ ਆਜ਼ਾਦੀ ਦਿੰਦੀ ਹੈ ਪਰ ਅਸਲੀਅਤ ਵਿੱਚ ਉਹਨਾਂ ਨੂੰ ਸਿਰਫ ਘਰ ਦੀ ਇੱਕ ਨੌਕਰੀ ਹੀ ਸਮਝਿਆ ਜਾਂਦਾ ਹੈ। ਜਿਵੇਂ ਕਿ ਮਹਿਲਾ ਕਦੀ ਵੀ ਬਾਹਰ ਜਾਣ ਤੋਂ ਪਹਿਲਾਂ ਆਪਣੇ ਘਰਦਿਆਂ ਤੋਂ ਆਜ਼ਾਦੀ ਲਈ ਮੰਗ ਕਰਦੀ ਹੈ ਪਰ ਉਹਨਾਂ ਦੇ ਮਾਪੇ ਗੁੰਡਿਆਂ ਦੇ ਡਰ ਤੋਂ ਆਪਣੀਆਂ ਧੀਆਂ ਨੂੰ ਬਾਹਰ ਨਹੀਂ ਜਾਣ ਦਿੰਦੇ। ਤੇ ਇਦਾਂ ਦੇ ਸਮੇਂ ਵਿੱਚ ਔਰਤਾਂ ਨੂੰ ਹੱਕ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਹੱਕ ਦੀ ਸੱਚਾਈ ਅਤੇ ਲੜਾਈ ਵੀ ਜਿੱਤ ਸਕਣ ਅਤੇ ਬਾਹਰ ਜਾ ਕੇ ਆਪਣੇ ਆਪ ਨੂੰ ਪੇਸ਼ ਕਰ ਸਕਣ ਕਿ ਉਹਨਾਂ ਵਿੱਚ ਜੋ ਉਹਨਾਂ ਦਾ ਹੌਸਲਾ ਤਜਰਬਾ ਹੈ ਆਪਣੀ ਜ਼ਿੰਦਗੀ ਨੂੰ ਲੈ ਕੇ ਉਹ ਸਾਰਿਆਂ ਸਾਹਮਣੇ ਪੇਸ਼ ਕਰ ਸਕਣ। ਤੇ ਇਹ ਧਾਰਨਾ ਖਤਮ ਹੋਣੀ ਚਾਹੀਦੀ। ਆਖਿਰ ਕਿੰਨਾ ਚਿਰ ਜਿਹੜੀਆਂ ਧੀਆਂ ਹਨ ਉਹ ਇੱਕ ਮਾੜੀ ਸੋਚ ਕਾਰਨ ਅੰਦਰ ਘਰਾਂ ਦੇ ਵਿੱਚ ਹੀ ਰਹਿ ਜਾਣਗੀਆਂ। ਮੇਰੇ ਸੁਪਨਿਆਂ ਦਾ ਭਾਰਤ ਉਦੋਂ ਬਣੇਗਾ ਜਦੋਂ ਜ਼ੁਲਮ ਦਾ ਸ਼ਿਕਾਰ ਹੋਈਆਂ ਬੱਚੀਆਂ, ਕੁੜੀਆਂ ਅਤੇ ਔਰਤਾਂ ਨੂੰ ਇਨਸਾਫ ਮਿਲੇਗਾ ਅਤੇ ਜਦੋਂ ਸਮਾਜ ਤੇ ਔਰਤਾਂ ਤੇ ਮਰਦਾਂ ਨੂੰ ਬਰਾਬਰ ਜਾਂ ਹੱਕਦਾਰ ਸਮਝਿਆ ਜਾਵੇਗਾ। ਕੋਈ ਭਰੂਣ ਹੱਤਿਆ ਨਹੀਂ ਹੋਵੇਗੀ। ਭਾਰਤ ਨੂੰ ਇੱਕ ਨਵਾਂ ਭਾਰਤ ਦਾ ਨਾਮ ਦਿੱਤਾ ਜਾਵੇ ਜਿੱਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਤੇ ਹੱਕ ਹੋਣ। ਧੰਨਵਾਦ। ਜੱਜ ਸਾਹਿਬਾਨ ਅਤੇ ਮੇਰੇ ਪਿਆਰੇ ਸਾਥੀਓ, ਆਪ ਸਭ ਨੂੰ ਸਤਿ ਸ਼੍ਰੀ ਅਕਾਲ। ਮੈਂ ਜਸਲੀਨ ਕੌਰ ਬੀਕਾਮ ਸੈਮ 1 ਦੀ ਵਿਦਿਆਰਥਣ ਆਪ ਸਾਹਮਣੇ ਇੱਕ ਔਰਤ ਉੱਤੇ ਵਿਚਾਰ ਪੇਸ਼ ਕਰਨ ਜਾ ਰਹੀ ਹਾਂ। ਔਰਤ ਸੰਸਾਰ ਰੂਪੀ ਬਾਗ ਦਾ ਸਭ ਤੋਂ ਉੱਤਮ ਫਲ ਹੈ। ਦੁਨੀਆ ਕਦੇ ਵੀ ਇੰਨੀ ਸੁੰਦਰ ਨਾ ਹੁੰਦੀ ਜੇ ਇਸ ਵਿੱਚ ਔਰਤ ਨਾ ਹੁੰਦੀ। ਇੱਕ ਔਰਤ ਹੀ ਹੈ ਜੋ ਇਨਸਾਨ ਨੂੰ ਮਨੁੱਖੀ ਰੂਪ ਬਖਸ਼ਦੀ ਹੈ
ਕਿਸੇ ਦੀ ਮਾਂ, ਬੇਟੀ, ਭੈਣ, ਪਤਨੀ ਦੇ ਰੂਪ ਵਿੱਚ ਵਿਚਰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਔਰਤ ਬਾਰੇ ਕਿਹਾ ਸੀ, ਸੋ ਕਿਉ ਮੰਦਾ ਆਖੀਐ ਜੋ ਜੰਮੇ ਰਾਜਾਨ, ਭਾਵ ਰਾਜੇ ਨੂੰ ਜਨਮ ਦੇਣ ਵਾਲੀ ਔਰਤ ਨੂੰ ਕਦੇ ਵੀ ਮੰਦਾ ਨਹੀਂ ਕਹਿਣਾ ਚਾਹੀਦਾ। ਇਹ ਰਿਸ਼ੀਆਂ ਮੁਨੀਆਂ ਦਾ ਕਹਿਣਾ ਹੈ ਕਿ ਜਿੱਥੇ ਔਰਤ ਦਾ ਆਦਰ ਤੇ ਸਨਮਾਨ ਕੀਤਾ ਜਾਂਦਾ ਹੈ ਉੱਥੇ ਦੇਵਤਾ ਨਿਵਾਸ ਕਰਦੇ ਹਨ। ਔਰਤ ਅਤੇ ਮਰਦ ਸਮਾਜ ਦੇ ਮਹੱਤਵਪੂਰਨ ਅੰਗ ਹਨ ਅਤੇ ਦੋਵੇਂ ਰੱਬ ਦੇ ਪਹੀਏ ਹਨ। ਇੱਕ ਦੀ ਘਾਟ ਕਰਕੇ ਦੂਜਾ ਪਹੀਆ ਵੀ ਬੇਕਾਰ ਹੋ ਕੇ ਰਹਿ ਜਾਂਦਾ ਹੈ। ਪਰਿਵਾਰ ਨੂੰ ਚਲਾਉਣ ਲਈ ਔਰਤ ਅਤੇ ਮਰਦ ਦੋਹਾਂ ਦੀ ਭੂਮਿਕਾ ਬਰਾਬਰ ਹੈ। ਅੱਜ ਦੀ ਔਰਤ ਮਰਦ ਦੇ ਮੋਢੇ ਨਾਲ ਮੋਢਾ ਮਿਲਾ ਕੇ ਨਾਲ ਚੱਲ ਰਹੀ ਹੈ। ਜਦ ਔਰਤ ਕਦਮ ਚੁੱਕਦੀ ਹੈ ਤਾਂ ਪਰਿਵਾਰ ਅੱਗੇ ਵਧਦਾ ਹੈ, ਪਿੰਡ ਅੱਗੇ ਵਧਦਾ ਤੇ ਦੇਸ਼ ਵਿਕਾਸ ਵੱਲ ਵਧਦਾ ਹੈ। ਭਾਰਤ ਵਿੱਚ ਔਰਤ ਦੇ ਸਸ਼ਕਤੀਕਰਨ ਲਈ ਸਭ ਤੋਂ ਪਹਿਲਾਂ ਉਹਨਾਂ ਸਾਰੀਆਂ ਸ਼ੈਤਾਨੀ ਸੋਚਾਂ ਨੂੰ ਖਤਮ ਕਰਨਾ ਜ਼ਰੂਰੀ ਹੈ ਜੋ ਸਮਾਜ ਵਿੱਚ ਉਹਨਾਂ ਦੇ ਅਧਿਕਾਰਾਂ ਤੇ ਕਦਰਾਂ ਕੀਮਤਾਂ ਦਾ ਕਾਣ ਕਰਦੇ ਹਨ, ਜਿਵੇਂ ਕਿ ਦਾਜ ਪ੍ਰਥਾ, ਅਨਪੜ੍ਹਤਾ, ਜਿਨਸੀ ਹਿੰਸਾ, ਅਸਮਾਨਤਾ, ਭਰੂਣ ਹੱਤਿਆ, ਔਰਤਾਂ ਵਿਰੁੱਧ ਘਰੇਲੂ ਹਿੰਸਾ, ਬਲਾਤਕਾਰ, ਵੇਸ਼ਵਾਗਮਨੀ, ਮਨੁੱਖੀ ਤਸਕਰੀ ਅਤੇ ਅਜਿਹੇ ਹੋਰ ਵਿਸ਼ੇ। ਲਿੰਗ ਵਿਤਕਰਾ ਦੇਸ਼ ਵਿੱਚ ਸੱਭਿਆਚਾਰਕ, ਸਮਾਜਿਕ, ਆਰਥਿਕ ਅਤੇ ਵਿਦਿਅਕ ਅੰਤਰ ਲਿਆਉਂਦੇ ਹਨ ਜੋ ਦੇਸ਼ ਨੂੰ ਪਿਛਾਂਹ ਸਕਦਾ ਹੈ। ਔਰਤ ਨੂੰ ਸਰੀਰਕ, ਮਾਨਸਿਕ, ਸਮਾਜਿਕ ਅਤੇ ਆਰਥਿਕ ਪੱਖੋਂ ਮਜ਼ਬੂਤ ਹੋਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਫੈਸਲੇ ਆਪ ਲੈ ਸਕੇ। ਅੱਜ ਦੇ ਸਮੇਂ ਵਿੱਚ ਪਰਿਵਾਰ ਵਿੱਚ ਔਰਤ ਦਾ ਰੋਲ ਮਰਦ ਤੋਂ ਜ਼ਿਆਦਾ ਮਹੱਤਵਪੂਰਨ ਹੈ। ਮਾਂ ਦੇ ਰੂਪ ਵਿੱਚ ਸੰਤਾਨ ਨੂੰ ਪਾਲਦੀ ਹੈ, ਪਤਨੀ ਦੇ ਰੂਪ ਵਿੱਚ ਪਤੀ ਦੀ ਸੇਵਾ ਕਰਦੀ ਹੈ, ਪੁੱਤਰੀ ਦੇ ਰੂਪ ਵਿੱਚ ਘਰ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ। ਘਰ ਦੀ ਹਰੇਕ ਜ਼ਰੂਰਤ ਨੂੰ ਪੂਰਾ ਕਰਨ ਲਈ ਉਹ ਹਮੇਸ਼ਾ ਸੁਚੇਤ ਰਹਿੰਦੀ ਹੈ। ਅੱਜ ਦੀ ਔਰਤ ਹਰ ਖੇਤਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ ਜਿਸ ਕਰਕੇ ਉਹ ਆਪਣੇ ਆਪ ਨੂੰ ਸੁਤੰਤਰ ਮਹਿਸੂਸ ਕਰਾਉਂਦੀ ਹੈ। ਜਿਸ ਤਰ੍ਹਾਂ ਔਰਤ ਦਾ ਵਿਕਾਸ ਹੋ ਰਿਹਾ ਹੈ ਉਸੇ ਤਰ੍ਹਾਂ ਦੇਸ਼ ਦਾ ਵੀ ਵਿਕਾਸ ਹੋ ਰਿਹਾ ਹੈ। ਅੱਜ ਦੀ ਔਰਤ ਵਿੱਦਿਆ ਹਾਸਲ ਕਰਕੇ ਕਿਸੇ ਵੀ ਖੇਤਰ ਵਿੱਚ ਸਫਲਤਾ ਪ੍ਰਾਪਤ ਕਰ ਸਕਦੀ ਹੈ ਅਤੇ ਆਪਣੇ ਆਪ ਨੂੰ ਆਰਥਿਕ ਤੌਰ ਤੇ ਸੁਤੰਤਰ ਬਣਾ ਸਕਦੀ ਹੈ। ਉਸ ਨੂੰ ਕਿਸੇ ਵੀ ਕੰਮ ਲਈ ਕਿਸੇ ਉੱਤੇ ਨਿਰਭਰ ਨਹੀਂ ਹੋਣਾ ਚਾਹੀਦਾ। ਆਜ਼ਾਦੀ ਔਰਤ ਦਾ ਜਨਮ ਸਿੱਧ ਅਧਿਕਾਰ ਹੈ ਕਿਉਂਕਿ ਸੁਤੰਤਰ ਭਾਰਤ ਵਿੱਚ ਔਰਤ ਨੂੰ ਵੋਟ ਦੇਣ ਦਾ ਅਧਿਕਾਰ ਬਿਨਾਂ ਮੰਗੇ ਪ੍ਰਾਪਤ ਹੋਇਆ ਹੈ। ਅੱਜ ਦੇ ਸਮੇਂ ਵਿੱਚ ਭਾਰਤੀ ਔਰਤ ਨੇ ਪੱਛਮੀ ਸੱਭਿਅਤਾ ਦਾ ਬੜੀ ਤੇਜ਼ੀ ਨਾਲ ਪ੍ਰਸਤਾਵ ਪੈ ਰਿਹਾ ਹੈ। ਉਹ ਫੈਸ਼ਨ, ਸਿਨੇਮਾ, ਹੋਟਲ, ਨਾਚ ਦੀ ਤਰਫ ਆਕਰਸ਼ਿਤ ਵੀ ਹੋ ਰਹੀ ਹੈ। ਨਵੀਂ ਸਦੀ ਵਿੱਚ ਔਰਤ ਨੇ ਨਵੀਆਂ ਗੱਲਾਂ ਗ੍ਰਹਿਣ ਕੀਤੀਆਂ ਪਰ ਆਪਣੀ ਸੀਮਾ ਵਿੱਚ ਰਹਿਣਾ ਵੀ ਜ਼ਰੂਰੀ ਹੈ ਕਿਉਂਕਿ ਔਰਤ ਦਾ ਸੀਮਾ ਤੋਂ ਬਾਹਰ ਜਾਣਾ ਭਾਰਤੀ ਸੰਸਕ੍ਰਿਤੀ ਦੇ ਵਿਰੁੱਧ ਹੈ ਤੇ ਸਾਡੀ ਸੰਸਕ੍ਰਿਤੀ ਦਾ ਦੂਜਾ ਰੂਪ ਹੀ ਔਰਤ ਹੈ। ਧੰਨਵਾਦ। आप सभी को मेरी तरफ से सादरीय नमस्कार। मेरा नाम खुशी वर्मा है और मैं बीकॉम सेमेस्टर 1 की छात्र हूँ और मैं आपके सामने कहानी पेश करने जा रही हूँ जिसका विषय है स्वतंत्रता समागम के स्थानीय गुमनाम नायक। परिचय। आज की तेजी से बदलती दुनिया और कठिन परिस्थितियाँ दिन प्रतिदिन के जीवन में युवाओं को हमारी समृद्ध विरासत और अतीत को याद करने के लिए मुश्किल से ही समय मिल पाता है। यह सबसे महत्वपूर्ण हो जाता है जब देश की आजादी का अमृत महोत्सव भारतीय स्वतंत्रता के 75 वर्ष की स्मृति मनाता है। भारत में औपनिवेशिक शासन के खिलाफ लड़ाई एक अनूठी कथा का गठन करती है जो हिंसा से प्रभावित नहीं होती है बल्कि एक कथा जो लंबाई और चौड़ाई में वीरता, बहादुरी, सत्याग्रह, समर्पण और बलिदान की विविध कहानियों से भरी। ये कहानियां समृद्ध भारतीय सांस्कृतिक विरासत और परंपराओं की रचना करती है। इस प्रकार गुमनाम नायकों को कम प्रसिद्ध स्वतंत्रता सेनानियों को परिभाषित करने की आवश्यकता नहीं है। कभी कभी वे ऐसे नेता हो सकते हैं जिनके आदर्श भारतीय मूल्य प्रणाली को चिंतित करने और याद करने का एक प्रयास है। जिनमें से कई प्रसिद्ध हो सकते हैं लेकिन कई पीढ़ी के लिए अज्ञात है। अतीत की धुंधली समस्या के रूप में पड़ी कहानियों को फिर से रचने और सामने लाने का उद्देश्य आने वाली पीढ़ियों के लिए प्रेरणा का माध्यम बनेगा। भारत की भावना अधूरी है जब तक हम अपने गुमनाम नायकों को विकास की इस यात्रा पर ना ले जाएं। उनके लोकाचार और सिद्धांतों को याद किया जाना चाहिए और उनका सम्मान किया जाना चाहिए। उदाहरण शिव गंगा, तमिलनाडु। 1872 में अंग्रेजों के खिलाफ करवार कोल युद्ध में शिव गंगा के राजा ने शहादत प्राप्त की और नचियार राज को इस त्रासदी के बारे में सूचित किया गया जब वह कोलन में डेरा डाले हुए थे। रानी और उसकी 6 साल की बेटी बेलाचारी के पास बचने और आगे लंबी लड़ाई के लिए तैयार होने के अलावा कोई चारा नहीं था। ओकट के नवाब द्वारा भेजे गए अंग्रेज उसका पीछा कर रहे थे, उसे घेर रहे थे और उसे खत्म करने के सभी प्रयास कर रहे थे। एक संभावित मुठभेड़ अपरिहार्य थी लेकिन लेडी उदयादय के वीरता पूर्वक बलिदान के लिए जिन्होंने रानी वेल नचियार के भागने के विपरण को प्रकट करने से इनकार करने ब्रिटिश सैन्य आंदोलन में देरी की। बहादुर महिला उद्यार के 2 टुकड़े कर दिए गए। उन्होंने बलिदान में
रानी वेलुनिचार और उनकी बेटी के जीवन को सुरक्षित कर दिया और अब से कुछ साल शिव गंगा की स्वतंत्रता को सील कर दिया। वेलुनिचार और बेलाचारी सफलतापूर्वक भाग निकले और पत्रकार को पाला नायका के समक्षम के डिडिगो के पास शरण ली। वह बहादुर महिला उद्यान को बलिदान की श्रेणी थी और उन्हें अंतिम सम्मान दिया और तमिल रीति रिवाज के अनुसार उनके दफन स्थल पर एक केंद्रीय शिला रखी। रानी वेलुनिचार ने महिला योद्धाओं की एक सेना खड़ी करने का फैसला किया और उन्होंने बलिदान के सम्मान में उनका नाम उद्यालय के नाम पर रखा। वह बहादुर महिला उद्यालय के बलिदान की श्रेणी थी और उन्हें अंतिम सम्मान दिया और तमिल रीति रिवाज के अनुसार उन्हें दफन स्थल पर एक केंद्रीय शिला रखी। रानी वेलु ने महिला योद्धाओं की एक सेना खड़ी करने का फैसला किया। देवता के रूप में उद्यालकारी के रूप में याद किया जाता है, जिसका अर्थ है कारी, जिसने रानी को बचाने में तलवार के कट प्राप्त किए और स्वीकार किया। धन्यवाद। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਮਿਤਾਲੀ ਤੇ ਮੈਂ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਦੀ ਵਿਦਿਆਰਥਣ ਹਾਂ ਤੇ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਜਿਸ ਵਿਸ਼ੇ ਤੇ ਆਪਣੇ ਵਿਚਾਰ ਰੱਖਣ ਜਾ ਰਹੀ ਹਾਂ ਉਸ ਦਾ ਨਾਮ ਹੈ ਮਾਈ ਡ੍ਰੀਮ ਇੰਡੀਆ, ਮੇਰੇ ਸੁਪਨਿਆਂ ਦਾ ਭਾਰਤ। ਹਰ ਇੱਕ ਵਿਅਕਤੀ ਨੂੰ ਆਪਣੇ ਦੇਸ਼ ਦੇ ਪ੍ਰਤੀ ਬੇਹੱਦ ਲਗਾਵ ਹੁੰਦਾ ਹੈ। ਇਸੇ ਤਰ੍ਹਾਂ ਮੈਂ ਵੀ ਆਪਣੇ ਦੇਸ਼ ਨੂੰ ਹਮੇਸ਼ਾ ਤਰੱਕੀ ਤੇ ਉન્નਤੀ ਦੇ ਰਾਹ ਵੱਲ ਵਧਦੇ ਹੋਏ ਦੇਖਣਾ ਚਾਹੁੰਦੀ ਹਾਂ। ਮੇਰੇ ਸੁਪਨਿਆਂ ਦਾ ਭਾਰਤ ਇੱਕ ਅਜਿਹਾ ਦੇਸ਼, ਇੱਕ ਅਜਿਹਾ ਭਾਰਤ ਹੈ ਜੋ ਹਰ ਖੇਤਰ ਦੇ ਵਿੱਚ ਪੂਰੀ ਤਰ੍ਹਾਂ आत्मनिर्भर है। मेरे सुपनियां दा भारत एक अजिहा देश है जो कि तकनीकी, विग्यानिक ਅਤੇ ਖੇਤੀਬਾੜੀ ਦੇ ਪੱਧਰ ਤੇ उन्नत होवेगा। जे खेतीबाड़ी की गल करिए तो अज के समय दे विच खेतीबाड़ी भारत की रीढ़ की हड्डी है ते GDP ਨੂੰ ਅੱਗੇ ਵਧਾਉਣ ਦੇ ਵਿੱਚ बहुत मददगार है। मैं चाਹੁੰਦੀ ਹਾਂ कि आने वाले समय दे विच भी किसानी ते खेतीबाड़ी होर ਵਧਣ फुੱਲਣ। मेरा देश एक अजिहा देश है जिस विच ਵੱਖ-ਵੱਖ रंग, भाषावां, संस्कृति ते रीति रिवाज है। एक अजिहा देश है जिथे हर रुत अपने नाल एक उत्साह लेके आउंदी है। मैनूं माण है कि मैं एक अजिहे देश दी वासी हाँ जिस धरती नूं त्योहारां ते मेलिਆਂ ਦੀ ਧਰਤੀ ਕਿਹਾ ਜਾਂਦਾ ਹੈ। मेरा सब तो ਵੱਡਾ सुपना ਸਾਰੇ ਖੇਤਰਾਂ ਦੇ ਵਿੱਚ महिला सशक्तिकरण देखना है। मैं देख के खुश हाँ कि अज दे समय दे विच औरतां काफी हद तक आजाद हो रही हैं। वो घर दी जिम्मेवारियां दे नाल नाल देश दी तरक्की दे विच भी अपना योगदान दे रही ने। पर अजे भी सशक्तिकरण दे लई बहुत सारियां चीज़ां दी लोड़ है। अज भी अजिहियां कई थावां ने जिथे एक कुड़ी नूं जन्म लैण तो पहले ही मार दिता जांदा। अज भी दाज वर्गियां समस्यावां मेरे देश दे विच हन जिस दी वजह नाल कई कुड़ियां मार रही ने या कहो कि मार दित्तियां जांदियां ने। मेरे सुपनों के भारत दे विच मैं हर औरत नूं आजाद देखना चाहती हूं। इस तो इलावा मेरे देश दे विच अमीर हो रहे ने ते गरीब होर गरीब। मेरे सुपनों के भारत दे विच मैं नहीं चाहती कि कोई भी बच्चा भुख की वजह नाल मरे। मैं नहीं चाहती कि कोई भी बच्चा स्कूल जाने की बजाय काम की तलाश दे विच घरों निकले। मैं चाहती हां कि हर बच्चा विद्या हासिल करे, कामयाब बने, एक चंगी नौकरी करे। मेरे देश दे विच अज दे समय दे विच बेरोजगारी की समस्या काफी हद तक वध गई है ते इस समस्या कई नौजवानों की जान भी लै चुकी है। ये समस्या मेरे देश के विकास दे विच रुकावट पैदा कर रही है। मैं चाहती हां कि मेरे सुपनों के भारत दे विच किसी भी योग व्यक्ति नूं नौकरी की तलाश के लिए भटकना ना पवे। ये भ्रिष्टाचार जो देश नूं अंदरों ही अंदर खाए जा रहे, इसनूं रोकण की लोड़ है, क्योंकि जेकर इस भ्रिष्टाचार नूं ना रोकिया गया तो देश के विकास को रोक देगा। मेरे सुपनों का भारत एक अजिहा भारत होएगा, एक अजिहा देश होएगा जिथे एक दूसरे व्यक्ति को उसकी काबलियत तो उसके काम तो जानिया जाएगा, जिथे सारे मिलजुल के रहेंगे। मेरा देश एक अजिहा देश होएगा जिथे बहुत सारे रंग होंगे ते मेरा देश रंगीन होएगा। मेरा देश मजबूत ते सशक्त होएगा। धन्यवाद। ऑल इंडिया रेडियो ਵੱਲੋਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ AIR ਨੈਕਸਟ ਦਾ ਆਯੋਜਨ ਦੁਆਬਾ ਕਾਲਜ ਦੇ ਵਿੱਚ ਕਰਵਾਇਆ ਗਿਆ। ਤੁਸੀਂ ਹੁਣੇ ਬਹੁਤ ਹੀ ਸੋਹਣੇ ਵਿਚਾਰ ਸਾਰਿਆਂ ਦੇ ਸੁਨੇ। ਭਾਰਤ ਕੀ ਨਾਰੀ ਸਭ पे भारी ਇਹ ਵਿਚਾਰ ਲੈ ਕੇ ਬਹੁਤ ਹੀ ਵਿਦਿਆਰਥੀ ਸ਼ਾਮਿਲ ਹੋਏ ਔਰ ਇਸੇ ਤਰ੍ਹਾਂ ਦੇ ਨਾਲ ਇਹ ਜਿਹੜੀ ਕੜੀ ਹੈ ਉਹ ਇੱਥੇ ਸਮਾਪਤ ਨਹੀਂ ਹੁੰਦੀ, ਇਸ ਨੂੰ ਅਸੀਂ ਕੰਟੀਨਿਊ ਕਰਾਂਗੇ ਔਰ ਹੋਰ ਕਿੰਨੇ ਸੋਹਣੇ ਵਿਚਾਰ ਨੇ ਉਹ ਤੁਹਾਨੂੰ ਅਗਲੀ ਕੜੀ ਤੇ ਸੁਣਨ ਨੂੰ ਮਿਲਣਗੇ। ਹੁਣ ਮੈਨੂੰ ਇਸ਼ਿਤਾ ਭਾਰਦਵਾਜ ਨੂੰ ਦਿਓ ਇਜਾਜ਼ਤ। ਪੇਸ਼ਕਸ਼ ਮੁਹੰਮਦ ਇਮਤਿਆਜ਼।